ਅੱਗੇ ਪੜ੍ਹਨ ਤੋਂ ਪਹਿਲਾਂ ਨਾ ਕੁਝ ਫੋਟੋਆਂ ਦੇਖ ਲੈਣੇ ਜੀ। ਆਹ ਹੈ ਜੀ ਮਹਿਰੌਲੀ ਥੰਮ, ਮਹਿਰੌਲੀ ਦਾ ਜਿਹੜਾ ਪਿੱਲਰ ਆ ਕੁਤੁਬ ਮੀਨਾਰ ਦੇ ਨਾਲ ਹੀ ਆ। ਇਹਦੇ ਵਿੱਚ ਦੇਖੋ ਜੀ ਆਹ ਇਸ ਤਰ੍ਹਾਂ ਉਕਰਿਆ ਹੋਇਆ ਆ, ਅੱਖਰ ਉਕਰੇ ਹੋਏ ਆ। ਇਹ ਸਾਨੂੰ ਚੰਦਰਗੁਪਤ ਵੰਨ ਬਾਰੇ ਜਾਣਕਾਰੀ ਦਿੰਦੇ ਆ। ਇਸੇ ਹਿਸਾਬ ਨਾਲ ਇਲਾਹਾਬਾਦ ਵਾਲਾ ਪਿੱਲਰ ਆ। ਠੀਕ, ਆਹ ਕੁਝ ਸਿੱਕੇ ਦੇਖ ਲਓ। ਰਾਜਾ ਸ਼ਿਕਾਰ ਖੇਡਦਾ ਪਿਆ ਆ ਸ਼ੇਰ ਦੇ ਨਾਲ, ਮਤਲਬ ਇੰਨਾ ਵੱਡਾ, ਇੰਨਾ ਮਹਾਨ ਬਹਾਦਰ ਰਾਜਾ ਆ। ਆਹ ਕੋਈ ਉਹਨਾਂ ਦੀ ਦੇਵੀ ਲੱਗਦੀ ਆ। ਇਸ ਤਰ੍ਹਾਂ ਦੇ ਕਾਫੀ ਸੋਨੇ ਦੇ ਸਿੱਕੇ ਮਿਲੇ ਆ। ਤਾਂ ਇੱਥੋਂ ਇਹਨਾਂ ਨੂੰ ਦੇਖ ਕੇ, ਉਹਨਾਂ ਦੀ ਐਕਟੀਵਿਟੀਆਂ ਦੇਖ ਕੇ, ਫੋਟੋਆਂ ਦੀਆਂ ਆਹ ਕੁਛ ਲਿਖਤਾਂ ਵੀ ਹੈਗੀਆਂ, ਇਹਨਾਂ ਨੂੰ ਪੜ੍ਹ ਕੇ ਕਾਫੀ ਹਿਸਟਰੀ ਬਾਰੇ ਪਤਾ ਲੱਗਦਾ। ਆਹ ਦੇਖੋ ਜੀ, ਸਮੁੰਦਰਗੁਪਤ ਜਿਹੜਾ ਹੈ ਉਹ ਇੱਥੇ ਬੀਨਾ ਵਜਾ ਰਿਹਾ ਜੀ। ਸਿਤਾਰ ਟਾਈਪ ਹੁੰਦਾ ਨਾ, ਆਹ ਇੰਸਟਰੂਮੈਂਟ ਆ, ਉਹਦੇ ਉੱਤੇ ਤਾਰਾਂ ਲੱਗੀਆਂ। ਇਹਦਾ ਮਤਲਬ ਇਹ ਕਾਫੀ ਮਿਊਜ਼ਿਕ ਦਾ ਸ਼ੌਕੀਨ ਵੀ ਸੀ, ਖੁਦ ਵੀ ਇਹਦੇ ਵਿੱਚ ਕਲਾ ਸੀਗੀ ਮਿਊਜ਼ਿਕ ਪ੍ਰਤੀ, ਹਨਾ। ਖੁਦ ਗਾ ਵੀ ਲੈਂਦਾ ਹੋਵੇਗਾ, ਮਿਊਜ਼ਿਕ ਵੀ ਵਜਾ ਲੈਂਦਾ ਸੀ ਸਮੁੰਦਰਗੁਪਤ। ਥੋੜਾ ਪੜ੍ਹਦੇ ਹਾਂ ਜੀ। ਆਹ ਦੇਖ ਲਓ, ਇੱਕ ਹੋਰ ਨਕਸ਼ਾ ਦੇਖ ਲਓ ਇਹਨਾਂ ਦਾ ਕਿੰਨਾ ਏਰੀਆ ਸੀਗਾ। ਆਹ ਗੁਪਤਾ ਅੰਪਾਇਰ ਇੰਨਾ ਵੱਡਾ। ਹੁਣ ਤੁਸੀਂ ਦੇਖ ਕੇ ਸੋਚਦੇ ਹੋਵੋਗੇ ਵੀ ਜੇ ਇੱਥੇ ਤੱਕ ਰਾਜ ਕਰ ਲਿਆ ਤਾਂ ਆਹ ਏਰੀਏ ਕਿੱਥੇ ਗਏ। ਇਹ ਏਰੀਏ ਮੈਂ ਪਹਿਲਾਂ ਵੀ ਅਸੀਂ ਗੱਲ ਕੀਤੀ ਵੀ ਜਿੱਤ ਤਾਂ ਲਏ ਪਰ ਆਪਣੇ ਰਾਜ ਦੇ ਨਾਲ ਨਹੀਂ ਮਿਲਾਏ। ਉਹਨਾਂ ਨੂੰ ਕਿਹਾ ਤੁਸੀਂ ਸਾਡੀ ਅਧੀਨਤਾ ਸਵੀਕਾਰ ਕਰ ਲਓ ਤੇ ਸਾਨੂੰ ਟਾਈਮ ਟੂ ਟਾਈਮ ਟ੍ਰਿਬਿਊਟ ਭੇਜਦੇ ਰਿਹਾ ਕਰੋ, ਜੋ ਵੀ ਪੈਸਾ ਧੇਲਾ ਭੇਜਦੇ ਰਿਹਾ ਕਰੋ, ਬਾਕੀ ਤੁਸੀਂ ਆਪਣੇ ਏਰੀਏ ਵਿੱਚ ਆਜ਼ਾਦ ਆ। ਜਿਹੜੀ ਨਰਮਦਾ ਰਿਵਰ ਆ ਨਾ, ਨਰਮਦਾ, ਇਹ ਇਹਨਾਂ ਦੀ ਬਾਉਂਡਰੀ ਸੀ। ਠੀਕ, ਉੱਤਰ ਭਾਰਤ ਉੱਤੇ ਸਮੁੰਦਰਗੁਪਤ ਸਿੱਧਾ ਸ਼ਾਸਨ ਕਰਦਾ ਸੀ, ਸਿੱਧਾ ਉਹਦੇ ਅੰਡਰ ਕੰਟਰੋਲ ਵਿੱਚ ਸੀ। ਪਰ ਸਾਊਥ ਵਿੱਚ ਇਸ ਤਰ੍ਹਾਂ ਨਹੀਂ ਸੀ। ਸਾਊਥ ਵਿੱਚ ਉਸਨੇ ਸਿੱਧਾ ਆਪਣਾ ਕੰਟਰੋਲ ਸਾਰਾ ਨਹੀਂ ਲਿਆ। ਇਹ ਕਹਿਤਾ ਕਿ ਤੁਸੀਂ ਮੇਰੇ ਅਧੀਨ ਰਹੋ, ਬਾਕੀ ਤੁਸੀਂ ਆਪਣਾ ਰਾਜ ਖੁਦ ਕਰੋ ਤੇ ਮੈਨੂੰ ਟੈਕਸ ਵਗੈਰਾ, ਟ੍ਰਿਬਿਊਟ ਵਗੈਰਾ ਉਹ ਦਿੰਦੇ ਰਹੋ। ਦੱਖਣ ਵਿੱਚ ਅਜਿਹਾ ਨਹੀਂ ਸੀ। ਉਹ ਬਾਦਸ਼ਾਹ ਨੂੰ ਟੈਕਸ ਵਗੈਰਾ ਦੇ ਦਿੰਦੇ ਸੀ, ਟਾਈਮ ਟੂ ਟਾਈਮ ਟ੍ਰਿਬਿਊਟ ਦੇ ਦਿੰਦੇ ਸੀ। ਪੱਛਮ ਵੱਲ ਸਾਕ ਅਤੇ ਉੱਤਰ ਪੱਛਮ ਵਿੱਚ ਕੁਸ਼ਾਣ, ਇਹ ਰਿਆਸਤਾਂ ਉਸਦੇ ਪ੍ਰਭਾਵ ਦੇ ਦਾਇਰੇ ਵਿੱਚ ਸਨ। ਠੀਕ, ਆਹ ਦੇਖੋ ਇੱਥੇ ਸੀਗੇ ਸਾਕ, ਠੀਕ, ਤਾਂ ਇੱਥੇ ਕੌਣ ਸੀ? ਕੁਸ਼ਾਣ। ਇਹ ਵੀ ਇੱਥੇ ਸਾਕ, ਇੱਥੇ ਕੁਸ਼ਾਣ, ਇਹ ਵੀ ਉਹਦੇ ਪ੍ਰਭਾਵ ਦੇ ਅੰਤਰਗਤ ਸੀ। ਇਨ ਕੰਟਰੋਲ ਕੀਤਾ ਹੋਇਆ ਸੀ, ਇਹਨਾਂ ਨੂੰ ਵੀ ਹਰਾਤਾ ਸੀ। ਡੈਕਨ ਦੇ ਪੂਰਬੀ ਤੱਟ ਉੱਤੇ ਪੱਲਵ ਰਾਜ ਤੱਕ ਉਸਨੇ ਸਰਪ੍ਰਸਤੀ ਆਪਣੀ ਬਣਾ ਲਈ ਸੀ। ਪੱਲਵ ਰਾਜ ਤੱਕ ਨੇ ਉਸਦੀ ਸਰਪ੍ਰਸਤੀ ਨੂੰ ਸਵੀਕਾਰ ਕਰ ਲਿਆ ਸੀ, ਸੁਜਰਨਟੀ। ਇੱਥੇ ਤੱਕ ਨਾ, ਆਹ ਹੈਗਾ ਤੁਹਾਡਾ ਡੈਕਨ, ਦੱਖਣੀ ਪਠਾਰ। ਇਹਦੇ ਪੂਰਬ ਵੱਲ ਇੱਥੇ ਸੀ ਪੱਲਵ ਰਾਜ ਵੀ ਇਹਦੇ ਅਧੀਨ ਆਉਂਦੇ ਸੀ। ਮੀਨ ਇਸ ਬੰਦੇ ਨੇ, ਇਹਨਾਂ ਨੇ, ਸਮੁੰਦਰਗੁਪਤ ਨੇ, ਹੋਰ ਗੁਪਤ ਰਾਜਿਆਂ ਨੇ ਕਾਫੀ ਸਾਰਾ ਏਰੀਆ, ਖੇਤਰ ਆਪਣੇ ਅੰਦਰ ਲੈ ਆਂਦਾ ਸੀ। ਠੀਕ, ਸਮੁੰਦਰਗੁਪਤ ਦੀਆਂ ਫੌਜੀ ਪ੍ਰਾਪਤੀਆਂ ਇਤਿਹਾਸ ਵਿੱਚ ਕਾਫੀ ਜ਼ਿਕਰਯੋਗ ਹਨ, ਬਹੁਤ ਇੰਪੋਰਟੈਂਟ ਆ ਹਿਸਟਰੀ ਵਿੱਚ, ਵੀ ਇੰਨਾ ਇਸਨੇ ਖੇਤਰ ਆਪਣੇ ਅਧੀਨ ਲੈ ਆਂਦਾ, ਇੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ, ਖਾਸ ਤੌਰ ਤੇ ਸਮੁੰਦਰਗੁਪਤ ਨੇ। ਉਹ ਆਪਣੀਆਂ ਹੋਰ ਨਿੱਜੀ ਪ੍ਰਾਪਤੀਆਂ ਵਿੱਚ ਵੀ ਓਨਾ ਹੀ ਮਹਾਨ ਸੀ। ਨਿੱਜੀ ਪ੍ਰਾਪਤੀਆਂ ਉਹਦੇ ਅੰਦਰ ਕਿਹੜੀਆਂ ਕਲਾ ਸਨ? ਗਾਣਾ ਗਾਉਣਾ, ਵੀਣਾ ਵਜਾਉਣਾ, ਇਹ ਉਹਦੀਆਂ ਨਿੱਜੀ ਪ੍ਰਾਪਤੀਆਂ ਸਨ। ਇਲਾਹਾਬਾਦ ਥੰਮ ਦਾ ਸ਼ਿਲਾਲੇਖ ਉਸਦੇ ਦੁਸ਼ਮਣਾਂ ਪ੍ਰਤੀ ਉਸਦੀ ਉਦਾਰਤਾ, ਉਸਦੀ ਉੱਚ ਦਰਜੇ ਦੀ ਬੁੱਧੀ, ਉਸਦਾ ਕਾਵਿਕ ਹੁਨਰ ਅਤੇ ਸੰਗੀਤ ਵਿੱਚ ਉਸਦੀ ਮਹਾਰਤ ਦੀ ਗੱਲ ਕਰਦਾ ਹੈ। ਵੀ ਆਹ ਪ੍ਰਾਪਰਟੀਆਂ ਸਾਡੇ ਬਾਦਸ਼ਾਹ ਵਿੱਚ ਸੀਗੀਆਂ। ਹਰੀ ਸੇਨ ਨੇ ਲਿਖੀ ਸੀ ਇਹ ਇਲਾਹਾਬਾਦ ਦਾ ਪਿੱਲਰ, ਇਲਾਹਾਬਾਦ ਥੰਮ ਉੱਤੇ ਲਿਖਿਆ ਗਿਆ ਹੈ ਸਮੁੰਦਰਗੁਪਤ ਦੇ ਬਾਰੇ ਵਿੱਚ। ਛੰਦਾਂ ਦੀ ਰਚਨਾ, ਮਿਊਜ਼ੀਕਲ ਰਾਈਮਸ ਵਗੈਰਾ, ਕਵਿਤਾਵਾਂ ਲਿਖਣੀਆਂ, ਰਾਈਮ। ਛੰਦਾਂ ਦੀ ਰਚਨਾ ਕਰਨ ਦੀ ਯੋਗਤਾ ਕਾਰਨ ਇਸ ਨੂੰ ਕਵੀ ਰਾਜ ਵੀ ਕਿਹਾ ਜਾਂਦਾ ਹੈ। ਕਵੀ ਰਾਜ ਵੀ ਇਹ ਖੁਦ ਕਵਿਤਾਵਾਂ, ਗੀਤ ਵਗੈਰਾ ਲਿਖ ਲੈਂਦਾ ਸੀ, ਉਹ ਵੀ ਪੂਰੇ ਸੁਰ ਵਿੱਚ, ਛੰਦਬੰਦ, ਛੰਦਾਂ ਵਿੱਚ, ਵਰਸਸ। ਉਸ ਦੁਆਰਾ ਜਾਰੀ ਕੀਤੇ ਗਏ ਸਿੱਕਿਆਂ ਵਿੱਚ ਵੀਣਾ ਨਾਲ ਉਸ ਦੀ ਤਸਵੀਰ ਮਿਲਦੀ ਹੈ। ਵੀਣਾ, ਆਪਾਂ ਉੱਤੇ ਫੋਟੋ ਦੇਖੀ, ਸਿੱਕੇ ਵਿੱਚ ਉਹ ਵੀਣਾ ਵਜਾ ਰਿਹਾ ਆ, ਇਹਦਾ ਮਤਲਬ ਉਹ ਮਿਊਜ਼ੀਕਲ ਇੰਸਟਰੂਮੈਂਟ ਵਜਾ ਲੈਂਦਾ ਸੀ। ਇਹ ਉਸਦੀ ਸੰਗੀਤ ਵਿੱਚ ਨਿਪੁੰਨਤਾ ਅਤੇ ਰੁਚੀ ਦਾ ਸਬੂਤ ਹੈ। ਠੀਕ, ਉਹ ਕਈ ਕਵੀਆਂ ਅਤੇ ਵਿਦਵਾਨਾਂ ਦਾ ਸਰਪ੍ਰਸਤ ਵੀ ਸੀ। ਉਸਦੇ ਦਰਬਾਰ ਵਿੱਚ ਵੱਡੇ ਵੱਡੇ ਜਿਹੜੇ ਕਵੀ, ਵਿਦਵਾਨ, ਸਕਾਲਰ
ਕਲਾ ਕਲਾਧਾਰੀ ਬੰਦੇ ਇਹ ਸਾਰੇ ਹੁੰਦੇ ਸੀ। ਕਵੀ ਅਤੇ ਵਿਦਵਾਨਾਂ ਦਾ ਸਰਪ੍ਰਸਤ ਵੀ ਸੀ। ਇਹ ਕੀ ਆ, ਇਹਨਾਂ ਨੂੰ ਪੈਟਰੋਨੇਜ ਦਿੰਦਾ ਸੀ, ਇਹਨਾਂ ਨੂੰ ਗਿਫਟ ਵਗੈਰਾ ਦਿੰਦਾ ਸੀ, ਪੈਸੇ ਦਿੰਦਾ ਸੀ ਤਾਂ ਕਿ ਕਲਾ ਦਾ ਵੀ ਵਿਕਾਸ ਹੋਵੇ। ਵਿਦਵਾਨ ਵੀ ਸਨ ਜੀ ਇਹਦੇ ਦਰਬਾਰ ਵਿੱਚ, ਜਿਨ੍ਹਾਂ ਵਿੱਚੋਂ ਇੱਕ ਸੀ ਹਰੀ ਸੈਨ। ਅੰਗਰੇਜ਼ੀ ਵਿੱਚ ਹਰੀ ਸੈਨਾ ਕਹਾਂਗੇ ਤੇ ਪੰਜਾਬੀ ਵਿੱਚ ਕਹਾਂਗੇ ਹਰੀ ਸੇਨ। ਹਰੀ ਸੇਨ। ਇਹ ਹਰੀ ਸੈਨ ਨੇ ਹੀ ਇਲਾਹਾਬਾਦ ਵਾਲੇ ਥੰਮ ਤੇ ਲਿਖਿਆ ਸੀ ਆਪਣੇ ਰਾਜੇ ਦੀ ਪ੍ਰਸ਼ੰਸਾ ਵਿੱਚ ਗੱਲਾਂ। ਇਸ ਲਈ ਉਸਨੂੰ ਸੰਸਕ੍ਰਿਤ ਸਾਹਿਤ ਅਤੇ ਵਿੱਦਿਆ ਦੇ ਪ੍ਰਚਾਰ ਵਿੱਚ ਹਿੱਸਾ ਪਾਉਣ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ, ਜੋ ਉਸਦੇ ਖਾਨਦਾਨ ਦੀ ਵਿਸ਼ੇਸ਼ਤਾ ਹੈ। ਇਹ ਜੋ ਗੱਲਾਂ ਉਸਨੇ ਨਾ, ਜਿਹੜਾ ਸਾਹਿਤ ਆ, ਖਾਸ ਤੌਰ ਤੇ ਸੰਸਕ੍ਰਿਤ ਸਾਹਿਤ ਨੂੰ ਵੀ ਕਾਫੀ ਪ੍ਰਮੋਟ ਕੀਤਾ। ਤੇ ਇਹ ਗੁਪਤਾ ਕਾਲ ਦੇ ਵਿੱਚ ਹੈ ਜੀ ਇਹ ਗੱਲ ਕਿ ਉਹਨਾਂ ਨੇ, ਬਾਕੀ ਰਾਜਾ ਨੇ ਵੀ ਸੰਸਕ੍ਰਿਤ ਨੂੰ ਪ੍ਰਮੋਟ ਕੀਤਾ। ਉਸਦੇ ਖਾਨਦਾਨ ਦੀ ਵਿਸ਼ੇਸ਼ਤਾ ਹੈ ਕਿ ਉਸਨੇ ਸੰਸਕ੍ਰਿਤ ਸਾਹਿਤ ਅਤੇ ਵਿੱਦਿਆ ਦੇ ਪ੍ਰਚਾਰ ਵਿੱਚ ਕਾਫੀ ਹਿੱਸਾ ਪਾਇਆ, ਖਾਸ ਤੌਰ ਤੇ ਸਮੁੰਦਰਗੁਪਤ ਨੇ। ਠੀਕ। ਉਹ ਵੈਸ਼ਨਵ ਮਤ ਦਾ ਕੱਟੜ ਪੈਰੋਕਾਰ ਸੀ। ਹੁਣ ਇੱਥੇ ਦੋ ਗੱਲਾਂ ਆਉਂਦੀਆਂ, ਮਤਲਬ ਦੋ ਡਿਵੀਜ਼ਨ ਆਉਂਦੀਆਂ ਕਿ ਜਿਹੜੇ ਹਿੰਦੂ ਮਤ ਵਾਲੇ ਸੀ ਨਾ, ਜਿਹੜੇ ਹਿੰਦੂ ਮਤ ਵਾਲੇ ਸੀ ਉਹਨਾਂ ਦੇ ਵਿੱਚ ਦੋ ਪ੍ਰਕਾਰ ਪਾਏ ਜਾਂਦੇ ਸੀ ਫੇਮਸ। ਇੱਕ ਸੀ ਵਿਸ਼ਨੂੰ ਦੀ ਪੂਜਾ ਕਰਨ ਵਾਲੇ, ਇੱਕ ਸੀ ਸ਼ਿਵ ਦੀ ਪੂਜਾ ਕਰਨ ਵਾਲੇ। ਤਾਂ ਜਿਹੜਾ ਗੁਪਤ ਸੀ, ਤੁਹਾਨੂੰ ਪ੍ਰਸ਼ਨ ਪੁੱਛਿਆ ਜਾਏਗਾ ਕਿ ਉਹ ਵੈਸ਼ਨਵ ਮਤ ਦੇ ਪੈਰੋਕਾਰ ਸੀ, ਸ਼ਿਵ ਜੀ ਦੇ ਸੀ, ਕਿਹਨਾਂ ਦੇ ਸੀ ਜ਼ਿਆਦਾ? ਉਹ ਸੀ ਵੈਸ਼ਨਵ, ਮਤਲਬ ਵਿਸ਼ਨੂੰ ਨੂੰ ਪੂਜਦੇ ਸੀ। ਇਹ ਵੈਸ਼ਨਵ ਮਤ ਦਾ ਕੱਟੜ ਪੈਰੋਕਾਰ ਸੀ ਸਮੁੰਦਰਗੁਪਤ। ਪਰ ਦੂਜੇ ਧਰਮਾਂ ਪ੍ਰਤੀ ਵੀ ਉਹ ਸਹਿਣਸ਼ੀਲ ਸੀ। ਦੂਜੇ ਧਰਮਾਂ ਪ੍ਰਤੀ ਨਫ਼ਰਤ ਨਹੀਂ ਸੀ, ਉਹਨਾਂ ਨੂੰ ਵੀ ਪ੍ਰਮੋਟ ਕੀਤਾ ਗਿਆ। ਠੀਕ। ਉਸਨੇ ਬੁੱਧ ਧਰਮ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਉਹ ਮਹਾਨ ਬੋਧੀ ਵਿਦਵਾਨ ਬਾਸੂਬੰਧੂ ਦਾ ਸਰਪ੍ਰਸਤ ਸੀ। ਉਸਦੇ ਦਰਬਾਰ ਵਿੱਚ ਬਾਸੂਬੰਧੂ ਇੱਕ ਬੋਧੀ ਵਿਦਵਾਨ ਸੀ। ਇਸਨੇ ਇਸ ਬੋਧੀ ਵਿਦਵਾਨ ਨੂੰ ਵੀ ਪ੍ਰਮੋਟ ਕੀਤਾ। ਤਾਂ ਕਹਿਣ ਦਾ ਭਾਵ ਆ, ਤੁਹਾਨੂੰ ਕੁਐਸਚਨ ਆ ਸਕਦਾ ਕਿ ਉਹ ਕਿਹੜਾ ਰਾਜਾ ਸੀ ਜਿਸ ਦੇ ਦਰਬਾਰ ਵਿੱਚ ਬਾਸੂਬੰਧੂ ਸੀ। ਬਾਸੂਬੰਧੂ ਨੂੰ ਉਸਨੇ ਸਰਪ੍ਰਸਤੀ ਦਿੱਤੀ ਸੀ, ਉਹ ਸੀ ਜੀ ਸਮੁੰਦਰਗੁਪਤ। ਅੱਗੇ ਗੱਲ ਆਉਂਦੀ ਜੀ ਚੰਦਰਗੁਪਤ ਦੂਜਾ, ਚੰਦਰਗੁਪਤ 2, 380 ਤੋਂ 415 ਈਸਵੀ। ਸਮੁੰਦਰਗੁਪਤ ਤੋਂ ਬਾਅਦ ਉਸਦਾ ਪੁੱਤਰ ਚੰਦਰਗੁਪਤ ਦੂਜਾ ਵਿਕਰਮਾਦਿੱਤ ਰਾਜਾ ਬਣਿਆ। ਚੰਦਰਗੁਪਤ ਦੂਜਾ ਇਹ ਕੀ ਸੀ? ਵਿਕਰਮਾਦਿੱਤ ਕਹਿੰਦੇ ਸੀ ਇਹਨੂੰ। ਇਹ ਰਾਜਾ ਬਣਿਆ। ਹੁਣ ਤੁਸੀਂ ਤਿੰਨ ਮੇਨ ਰਾਜੇ ਯਾਦ ਰੱਖਣੇ ਆ। ਪਹਿਲਾ ਹੈ ਚੰਦਰਗੁਪਤ 1, ਫਿਰ ਆਉਂਦਾ ਜੀ ਸਮੁੰਦਰਗੁਪਤ, ਫਿਰ ਆਉਂਦਾ ਚੰਦਰਗੁਪਤ 2। ਠੀਕ। ਇਹਨੂੰ ਵਿਕਰਮਾਦਿੱਤਿਆ ਵੀ ਕਹਿੰਦੇ ਸੀ। ਚੰਦਰਗੁਪਤ ਦੂਜੇ ਨੂੰ ਆਪਣੇ ਪਿਤਾ ਦੀ ਫੌਜੀ ਪ੍ਰਤਿਭਾ ਵਿਰਾਸਤ ਵਿੱਚ ਮਿਲੀ ਸੀ। ਹੁਣ ਦੇਖੋ ਜੀ, ਜਦੋਂ ਇਹ ਗੱਦੀ ਤੇ ਬੈਠਾ ਤਾਂ ਇਹਨਾਂ ਦਾ ਰਾਜ ਭਾਗ ਕਾਫੀ ਵੱਡਾ ਸੀ ਤੇ ਕਾਫੀ ਇਹਨੂੰ ਬੇਸ ਵਧੀਆ ਮਿਲਿਆ। ਤਾਂ ਬਸ ਉਸ ਵਧੀਆ ਬੇਸ ਦਾ ਇਸਨੇ ਚੰਗਾ ਯੂਜ਼ ਕਰਕੇ, ਚੰਗਾ ਇਸਤੇਮਾਲ ਕਰਕੇ ਆਪਣੇ ਸਾਮਰਾਜ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਸਨੇ ਆਪਣੀ ਜਿੱਤਾਂ ਦੁਆਰਾ ਗੁਪਤ ਸਾਮਰਾਜ ਦਾ ਵਿਸਤਾਰ ਕੀਤਾ, ਇਸ ਦਾ ਹੋਰ ਵਿਸਤਾਰ ਕਰਤਾ। ਅੱਛਾ, ਤੁਹਾਨੂੰ ਜੇ ਪੁੱਛਿਆ ਜਾਵੇ ਕਿ ਚੰਦਰਗੁਪਤ 1, ਸਮੁੰਦਰਗੁਪਤ ਤੇ ਚੰਦਰਗੁਪਤ 2, ਇਹਨਾਂ ਵਿੱਚ ਰਾਜ ਕਿਹਦਾ ਜ਼ਿਆਦਾ ਸੀ? ਆਬਵੀਅਸ ਆ ਜੀ ਤੀਜੇ ਵਾਲੇ ਦਾ, ਕਿਉਂਕਿ ਉਹਨੇ ਦੂਜੇ ਤੋਂ ਹੋਰ ਜ਼ਿਆਦਾ ਜਿੱਤਾਂ ਪ੍ਰਾਪਤ ਕੀਤੀਆਂ। ਉਸਨੇ ਇਹ ਕੂਟਨੀਤੀ ਅਤੇ ਯੁੱਧ ਦੀ ਨੀਤੀ ਦੇ ਸੁਮੇਲ ਦੁਆਰਾ ਪ੍ਰਾਪਤ ਕੀਤਾ। ਉਸਨੇ ਯੁੱਧ ਵੀ ਵਰਤਿਆ, ਦੁਸ਼ਮਣਾਂ ਨੂੰ ਹਰਾਇਆ ਵੀ, ਬਾਕੀ ਏਰੀਏ ਦੇ ਲੋਕਾਂ ਨੂੰ, ਖੇਤਰਾਂ ਦੇ ਲੋਕਾਂ ਨੂੰ, ਰਾਜਿਆਂ ਨੂੰ ਹਰਾਇਆ ਵੀ, ਤੇ ਕਿਤੇ ਕਿਤੇ ਕੂਟਨੀਤੀ, ਡਿਪਲੋਮੈਸੀ ਦਾ ਵੀ ਯੂਜ਼ ਕੀਤਾ। ਕੂਟਨੀਤੀ, ਜਿਸ ਤਰ੍ਹਾਂ ਦੂਸਰੇ ਰਾਜਾਵਾਂ ਨਾਲ ਖੁਦ ਵਿਆਹ ਕਰਾ ਲਿਆ, ਕਿਤੇ ਆਪਣੇ ਲੜਕਾ ਲੜਕੀ ਦਾ ਵਿਆਹ ਕਰਤਾ। ਇਸ ਤਰ੍ਹਾਂ ਮੈਟਰੀਮੋਨੀਅਲ ਅਲਾਇੰਸਸ, ਵਿਆਹ ਸੰਧੀ ਦੁਆਰਾ ਵੀ ਇਸਨੇ ਆਪਣੇ ਰਾਜ ਦਾ ਵਿਸਤਾਰ ਕੀਤਾ, ਵਿਆਹ ਵਗੈਰਾ ਕਰਵਾ ਕੇ। ਵਿਆਹੁਤਾ ਗੱਠਜੋੜ, ਮੈਟਰੀਮੋਨੀਅਲ ਅਲਾਇੰਸਸ, ਇਸ ਦੁਆਰਾ ਉਸਨੇ ਆਪਣੀ ਰਾਜਨੀਤਿਕ ਸ਼ਕਤੀ ਨੂੰ ਮਜ਼ਬੂਤ ਕੀਤਾ। ਉਸਨੇ ਮੱਧ ਭਾਰਤ ਦੀ ਇੱਕ ਨਾਗਾ ਰਾਜਕੁਮਾਰੀ ਕੁਬੇਰ ਨਾਗਾ ਨਾਲ ਵਿਆਹ ਕੀਤਾ। ਹੁਣ ਇਹ ਪ੍ਰਸ਼ਨ ਆ ਜਾਣਾ, ਉਹ ਕਿਹੜਾ ਰਾਜਾ ਸੀ ਜਿਸਨੇ ਮੱਧ ਭਾਰਤ ਦੀ ਨਾਗਾ ਰਾਜਕੁਮਾਰੀ ਨਾਲ ਵਿਆਹ ਕਰਕੇ ਆਪਣੇ ਰਾਜ ਨੂੰ ਵਿਸਤਾਰ ਕੀਤਾ, ਆਪਣੇ ਰਾਜ ਦਾ ਵਿਸਤਾਰ ਕੀਤਾ? ਉਹ ਸੀ ਚੰਦਰਗੁਪਤ 2। ਉਸਨੇ ਆਪਣੀ ਧੀ ਪ੍ਰਭਾਵਤੀ ਦਾ ਵਿਆਹ ਵਕਾਟਕ ਰਾਜਕੁਮਾਰ ਰੁਦਰਸੇਨ ਦੂਜੇ ਨਾਲ ਕਰਵਾਇਆ। ਇਹ ਲਾਈਨ ਇੰਪੋਰਟੈਂਟ ਆ। ਵਕਾਟਕ ਦਾ ਰਾਜ ਸੀਗਾ ਮਹਾਰਾਸ਼ਟਰ ਦੇ ਲਾਗੇ ਛਾਗੇ, ਇਹ ਏਰੀਏ ਵਿੱਚ। ਵਕਾਟਕ ਇੱਕ ਰਾਜਿਆਂ ਦੇ ਹੈ ਜੀ, ਜਿਸ ਤਰ੍ਹਾਂ ਇਹ ਗੁਪਤਾ ਆ, ਉਸੇ ਤਰ੍ਹਾਂ ਵਕਾਟਕ ਸੀ ਉੱਥੇ ਮਹਾਰਾਸ਼ਟਰ ਦੇ ਏਰੀਏ ਵਿੱਚ, ਖੇਤਰ ਵਿੱਚ। ਵਕਾਟਕ ਦਾ ਰਾਜਕੁਮਾਰ ਸੀ ਰੁਦਰਸੇਨ। ਉਸਦੇ ਨਾਲ ਇਸਨੇ ਆਪਣੀ ਧੀ ਪ੍ਰਭਾਵਤੀ ਦਾ ਵਿਆਹ ਕਰਤਾ। ਹੁਣ ਇਹਨਾਂ ਕੀ ਹੋਇਆ ਕਿ ਇਹਨੂੰ ਇੱਕ ਬੇਸ ਮਿਲ ਗਿਆ,
महाराष्ट्र साइड, वैसटर्न एरिया साइड। तो इस बेस का यूज करते हुए उसने अगे ਜਿਹੜੇ ਸਾਕਾ ਸੀ ਉਹਨਾਂ ਨੂੰ ਵੀ ਹਰਾਇਆ। ਇੱਕ ਗੱਲ ਤੇ ਦੂਸਰੀ ਇੱਥੇ ਇੱਕ ਇੰਟਰਸਟਿੰਗ ਗੱਲ ਇਹ ਆ ਕਿ ਜਿਹੜੇ ਵਕਾਟਕ ਸੀ ਨਾ, ਇਹ ਸੀ ਸ਼ਿਵਾਇਟ, ਇਹ ਸੀ शिव जी ਦੇ ਪੁਜਾਰੀ। ਪਰ ਇੰਟਰਸਟਿੰਗ ਗੱਲ ਆ ਕਿ ਇਹਨਾਂ ਦੇ ਰਾਜ ਵਿੱਚ ਵਿਸ਼ਨੂੰ ਦੇ ਮੰਦਿਰ ਵਗੈਰਾ ਵੀ ਪੂਜਾ, ਵਿਸ਼ਨੂੰ ਦੀ ਪੂਜਾ ਦੇ ਵੀ ਪ੍ਰਮਾਣ ਮਿਲੇ ਆ। ਉਹ ਇਸ ਲਈ ਕਿ ਜਿਹੜੇ ਸੀ ਨਾ ਗੁਪਤਾ ਕਰਦੇ ਸੀ ਵਿਸ਼ਨੂੰ ਦੀ ਪੂਜਾ। ਤਾਂ ਹੁਣ ਉਹਨਾਂ ਦੀ ਧੀ ਪ੍ਰਭਾਵਤੀ ਜਦੋਂ ਵਕਾਟਕਾ ਰਾਜ ਵਿੱਚ ਗਈ ਰਾਣੀ ਬਣ ਕੇ, ਤਾਂ ਇਹਨੂੰ ਉੱਥੇ ਜਾ ਕੇ ਵਿਸ਼ਨੂੰ ਪੂਜਾ ਨੂੰ ਪ੍ਰਮੋਟ ਕੀਤਾ। ਇੰਟਰਸਟਿੰਗ ਪੁਆਇੰਟ ਆ ਇਹ, ਯਾਦ ਰੱਖਿਓ। ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਆ, ਠੀਕ ਹੈ। ਅੱਛਾ ਜੀ, ਹੁਣ ਥੋੜਾ ਆਪਾਂ ਗੱਲ ਕਰਾਂਗੇ ਪੱਛਮ ਭਾਰਤ ਦੀ ਜਿੱਤ। ਪੱਛਮ ਭਾਰਤ ਵਿੱਚ ਉਸਨੇ ਕਿਸ ਤਰ੍ਹਾਂ ਜਿੱਤਾਂ ਪ੍ਰਾਪਤ ਕੀਤੀਆਂ ਸਾਕਾ ਦੇ ਖਿਲਾਫ, ਹੋਰ ਜਿਹੜੇ ਸੀ ਉੱਥੋਂ ਦੇ ਏਰੀਏ ਦੇ ਰਾਜੇ ਵਗੈਰਾ। ਚੰਦਰਗੁਪਤ II ਦੀਆਂ ਸਭ ਤੋਂ ਵੱਡੀਆਂ ਫੌਜੀ ਪ੍ਰਾਪਤੀਆਂ ਪੱਛਮੀ ਭਾਰਤ ਦੇ ਸਾਕਾ ਸਤਰਾਪਾਂ, ਅੱਛਾ ਸਤਰਾ ਨਹੀਂ ਸਤਰਾਪਾਂ ਆ, ਸਤਰਾਪ ਹੁੰਦੇ ਜੀ ਜਿਸ ਤਰ੍ਹਾਂ ਹੁਣ ਸਾਕ ਲੋਕ ਦੋ ਏਰੀਆ ਵਿੱਚ ਜਿਸ ਤਰ੍ਹਾਂ ਵੰਡੇ ਗਏ, ਇੱਕ ਹੋ ਗਿਆ ਜੀ ਵੈਸਟਰਨ, ਇੱਕ ਹੋ ਗਿਆ ਜੀ ਪੂਰਬੀ ਜਾਂ ਨਾਰਥਨ ਸਟਰਾਪ ਬਸ ਉਹਨਾਂ ਦਾ ਹੀ ਡਿਵੀਜ਼ਨ ਆ ਸਾਕਾ ਦੀ। ਸਟਰਾਪ ਮੀਨ ਸਾਕਾ ਹੀ ਤੁਸੀਂ ਰੱਖੋ ਮਨ ਵਿੱਚ, ਕੋਈ ਇੰਨੀ ਟੈਨਸ਼ਨ ਵਾਲੀ ਗੱਲ ਮਤਲਬ ਨਾ ਲਿਆਓ। ਅੱਛਾ ਜੀ, ਸਾਕਾ ਸਤਰਾਪਾਂ ਵਿਰੁੱਧ ਉਸਦੀ ਲੜਾਈ ਸੀ। ਰੁਦਰਸਿਮਾ III ਜੋ ਸਾਕਾ ਸਤਰਾਪ ਦਾ ਆਖਰੀ ਸ਼ਾਸਕ ਸੀ, ਉਹ ਹਾਰ ਗਿਆ ਕਿਹਦੇ ਮੁਕਾਬਲੇ? ਚੰਦਰਗੁਪਤ II ਦੇ ਮੁਕਾਬਲੇ, ਅਤੇ ਗੱਦੀਓਂ ਲਾਹ ਦਿੱਤਾ ਗਿਆ ਅਤੇ ਉਸਨੂੰ ਮਾਰ ਦਿੱਤਾ ਗਿਆ। ਹੁਣ ਪ੍ਰਸ਼ਨ ਆ ਜਾਣਾ ਕਿ ਸਾਕਾ ਸਤਰਾਪ, ਪੱਛਮੀ ਸਾਕਾ ਸਤਰਾਪ ਦਾ ਸਾਕਾਵਾਂ ਦਾ ਆਖਰੀ ਰਾਜਾ ਰੁਦਰਸਿਮਾ III ਨੂੰ ਕਿਸ ਨੇ ਹਰਾਇਆ? ਉਹ ਸੀ ਜੀ ਚੰਦਰਗੁਪਤ II। ਪੱਛਮੀ ਮਾਲਵਾ ਰਾਜਸਥਾਨ ਅਤੇ ਕਾਠੀਆਵਾੜ ਪ੍ਰਾਇਦੀਪ ਵਿਚਲੇ ਉਸਦੇ ਇਲਾਕੇ ਗੁਪਤ ਸਾਮਰਾਜ ਨਾਲ ਮਿਲਾ ਲਏ ਗਏ ਸਨ। ਠੀਕ ਹੈ ਜੀ, ਹੁਣ ਇਹ ਵੀ ਏਰੀਆ ਗੁਪਤ ਵਿੱਚ ਆ ਗਿਆ, ਗੁਪਤ ਸਾਮਰਾਜ ਵਿੱਚ ਆ ਗਿਆ। ਇਸ ਜਿੱਤ ਤੋਂ ਬਾਅਦ ਉਸਨੇ ਘੋੜੇ ਦੀ ਬਲੀ ਅਸ਼ਵਮੇਧ ਯੱਗ ਕਰਵਾਇਆ, ਹਾਰਸ ਸੈਕਰੀਫਾਈਸ ਕਰਵਾਇਆ। ਇਹ ਕੰਸੈਪਟ ਅਸੀਂ ਪੜ੍ਹ ਚੁੱਕੇ ਹਾਂ ਵੀ ਇੱਕ ਘੋੜਾ ਦੌੜਾਇਆ ਜਾਂਦਾ ਸੀ, ਤਾਂ ਜਿੱਥੋਂ ਘੋੜਾ ਲੰਘਦਾ ਸੀ ਉਹ ਰਾਜੇ ਉਹਦੀ ਘੋੜੇ ਵਾਲੇ ਰਾਜੇ ਦੀ ਅਧੀਨਤਾ ਸਵੀਕਾਰ ਕਰ ਲੈਂਦੇ ਸੀ। ਜਿਹੜੇ ਨਹੀਂ ਕਰਦੇ ਸੀ, ਜਿਹੜੇ ਘੋੜੇ ਨੂੰ ਰੋਕ ਲੈਂਦੇ ਸੀ, ਉਹਨਾਂ ਨੂੰ ਯੁੱਧ ਲੜਨਾ ਪੈਂਦਾ ਸੀ ਘੋੜੇ ਵਾਲੇ ਰਾਜੇ ਨਾਲ। ਤਾਂ ਬਾਅਦ ਵਿੱਚ ਇਸ ਘੋੜੇ ਦੀ ਬਲੀ ਦੇ ਦਿੱਤੀ ਜਾਂਦੀ ਸੀ। ਤਾਂ ਉਸਨੇ ਘੋੜੇ ਦੀ ਬਲੀ ਦਿੱਤੀ ਅਤੇ ਸਾਕਰੀ ਦੀ ਉਪਾਧੀ ਧਾਰਨ ਕੀਤੀ। ਸਾਕਰੀ ਆ ਬਹੁਤ ਇੰਪੋਰਟੈਂਟ ਸ਼ਬਦ ਹੋ ਗਿਆ। ਸਾਕਰੀ ਇਹਦਾ ਮਤਲਬ ਕੀ ਸੀਗਾ ਵੀ ਇਸਨੇ ਸਾਕਾਵਾਂ ਨੂੰ ਹਰਾਇਆ, ਜਿਸ ਦਾ ਅਰਥ ਹੈ ਸਾਕਾਂ ਦਾ ਨਾਸ਼ ਕਰਨ ਵਾਲਾ। ਵੀ ਸਾਕਾਵਾਂ ਨੂੰ ਉਹਨਾਂ ਦਾ ਨਾਸ਼ ਕਰਤਾ, ਉਹਨਾਂ ਨੂੰ ਹਰਾਤਾ ਸਾਕਾਵਾਂ ਨੂੰ। ਸਾਕਰੀ ਇਹ ਕੌਣ ਸੀ? ਚੰਦਰਗੁਪਤ II। ਇਹ ਪ੍ਰਸ਼ਨ ਆ ਜਾਣਾ ਉਹ ਕਿਹੜਾ ਰਾਜਾ ਸੀ ਜਿਹਨੂੰ ਸਾਕਰੀ ਕਿਹਾ ਜਾਂਦਾ ਸੀ, ਮੀਨ ਸਾਕਾਂ ਦਾ ਨਾਸ਼ ਕਰਨ ਵਾਲਾ। ਉਹ ਸੀ ਚੰਦਰਗੁਪਤ II। ਤੇ ਉਸਨੂੰ ਵਿਕਰਮਾਦਿੱਤਿਆ ਵੀ ਕਿਹਾ ਜਾਂਦਾ ਸੀ। ਠੀਕ। ਪੱਛਮੀ ਭਾਰਤ ਦੀ ਜਿੱਤ ਦੇ ਨਤੀਜੇ ਵਜੋਂ ਸਾਮਰਾਜ ਦੀ ਪੱਛਮੀ ਸੀਮਾ ਅਰਬ ਸਾਗਰ ਤੱਕ ਪਹੁੰਚ ਗਈ। ਹੁਣ ਇਹਨਾਂ ਦਾ ਡਾਇਰੈਕਟ ਕੰਟੈਕਟ ਕਿੱਥੇ ਹੋ ਗਿਆ? ਸਮੁੰਦਰ ਨਾਲ, ਅਰਬ ਸਾਗਰ ਨਾਲ। ਹੈ ਨਾ, ਪੱਛਮ ਵਾਲਾ ਏਰੀਆ ਜਿੱਤ ਲਿਆ। ਹੁਣ ਸਮੁੰਦਰ ਦੀਆਂ ਬੰਦਰਗਾਹਾਂ ਵੀ ਇਹਨਾਂ ਦੇ ਕੰਟਰੋਲ ਹੇਠ ਆ ਗਈਆਂ, ਇਹਨਾਂ ਦੇ ਨਿਯੰਤਰਣ ਵਿੱਚ ਆ ਗਈਆਂ। ਤੇ ਹੁਣ ਇਹ ਸਿੱਧਾ ਵਪਾਰ ਨੂੰ ਕੰਟਰੋਲ ਕਰਨ ਲੱਗ ਗਏ। ਹੁਣ ਸਿੱਧਾ ਇਹਨਾਂ ਦਾ ਵਪਾਰ ਹੋਣ ਲੱਗ ਗਿਆ ਪੱਛਮੀ ਮੁਲਕਾਂ ਨਾਲ। ਕਹਿਣ ਦਾ ਮਤਲਬ ਖੁਸ਼ਹਾਲੀ ਹੋਰ ਵਧੀ। ਇਸ ਦੇ ਨਤੀਜੇ ਵਜੋਂ ਸਾਮਰਾਜ ਦੀ ਪੱਛਮੀ ਸੀਮਾ ਅਰਬ ਸਾਗਰ ਤੱਕ ਪਹੁੰਚ ਗਈ ਅਤੇ ਬਲੋਚ, ਸੋਪਾਰਾ, ਕੈਂਬੇ ਅਤੇ ਹੋਰ ਸਮੁੰਦਰੀ ਬੰਦਰਗਾਹਾਂ ਤੱਕ ਵੀ ਇਹਨਾਂ ਦਾ ਨਿਯੰਤਰਣ ਹੋ ਗਿਆ। ਤੁਸੀਂ ਸਿੰਪਲ ਕਹਿਣਾ ਕਿ ਹਾਂ ਵੀ ਸਮੁੰਦਰ ਦੀਆਂ ਬੰਦਰਗਾਹਾਂ ਤੱਕ ਇਹਨਾਂ ਦਾ ਨਿਯੰਤਰਣ ਹੋ ਗਿਆ। ਸ਼ਾਇਦ ਇੰਨੇ ਨਾਮ ਤੁਸੀਂ ਯਾਦ ਨਾ ਰੱਖ ਪਾਓ। ਠੀਕ ਹੈ ਜੀ। ਇਸ ਨਾਲ ਪੱਛਮੀ ਦੇਸ਼ਾਂ ਨਾਲ ਵਪਾਰ ਦਾ ਨਿਯੰਤਰਣ ਵੀ ਗੁਪਤ ਸਾਮਰਾਜ ਦੇ ਅਧੀਨ ਆ ਗਿਆ। ਠੀਕ। ਉਜੈਨ ਇੱਕ ਮਹੱਤਵਪੂਰਨ ਵਪਾਰਕ ਸ਼ਹਿਰ ਬਣ ਗਿਆ ਸੈਂਟਰਲ ਏਸ਼ੀਆ, ਇੰਡੀਆ ਵਿੱਚ, ਮੱਧ ਪ੍ਰਦੇਸ਼ ਵਿੱਚ ਉਜੈਨ। ਉਹ ਵੀ ਇੱਕ ਇੰਪੋਰਟੈਂਟ ਆਪਣੀ ਟ੍ਰੇਡ ਸੈਂਟਰ ਬਣ ਗਿਆ ਅਤੇ ਛੇਤੀ ਹੀ ਗੁਪਤਾਂ ਦੀ ਨਵੀਂ ਰਾਜਧਾਨੀ ਬਣ ਗਿਆ ਕਿ ਉਜੈਨ। ਪ੍ਰਸ਼ਨ ਆ ਜਾਏਗਾ ਗੁਪਤਾਂ ਦੀ ਨਵੀਂ ਰਾਜਧਾਨੀ ਕਿਹੜੀ ਸੀ? ਉਜੈਨ। ਬੰਗਾਲ ਦੇ ਵਧੀਆ ਸੂਤੀ ਕੱਪੜੇ, ਬਿਹਾਰ ਤੋਂ ਨੀਲ ਇੰਡੀਗੋ, ਤੁਹਾਡਾ ਕੱਪੜੇ ਨੂੰ ਨੀਲ ਚਾੜਨ ਵਾਲਾ ਨੀਲ, ਬਨਾਰਸ ਤੋਂ ਰੇਸ਼ਮ, ਹਿਮਾਲਿਆ ਦੇ ਸੈਂਟ ਵਗੈਰਾ ਖੁਸ਼ਬੂਆਂ ਅਤੇ ਦੱਖਣ ਤੋਂ ਚੰਦਨ ਅਤੇ ਮਸਾਲੇ, ਇਹ ਬਿਨਾਂ ਕਿਸੇ ਦਖਲ ਦੇ ਇਹਨਾਂ ਬੰਦਰਗਾਹਾਂ ਤੇ ਲਿਆਂਦੀਆਂ ਜਾਂਦੀਆਂ ਸਨ। ਕਿਉਂਕਿ ਕਿਸੇ ਹੋਰ ਦਾ ਰਾਜ ਨਹੀਂ ਸੀ, ਇਹਨਾਂ ਦਾ ਆਪਣਾ ਰਾਜ ਸੀ। ਤਾਂ ਇਹ ਸਾਰਾ ਮਟੀਰੀਅਲ ਆਲ ਓਵਰ ਇੰਡੀਆ ਤੋਂ
ਬੰਗਾਲ ਤੋਂ ਕੁਛ, ਬਿਹਾਰ ਤੋਂ ਕੁਛ, ਬਨਾਰਸ ਤੋਂ ਵੀ, ਹੈ ਨਾ। ਆਹ ਸਾਰੀਆਂ ਚੀਜ਼ਾਂ ਕੀ ਆ, ਬੰਦਰਗਾਹਾਂ ਤੱਕ ਪਹੁੰਚ ਗਈਆਂ। ਫਿਰ ਉੱਥੋਂ ਸਿੱਧੀਆਂ ਪੱਛਮ ਦੇਸ਼ਾਂ ਨੂੰ ਚਲੀਆਂ ਜਾਂਦੀਆਂ ਸਨ। ਇਸ ਭਾਰਤੀ ਉਤਪਾਦਾਂ ਦੇ ਬਦਲੇ ਪੱਛਮੀ ਵਪਾਰੀਆਂ ਨੇ ਰੋਮ ਦਾ ਕਾਫੀ ਸੋਨਾ ਭਾਰਤ ਵਿੱਚ ਭੇਜਿਆ। ਇਹ ਵੀ ਇੰਟਰਸਟਿੰਗ ਗੱਲ ਆ। ਹੁਣ ਇਹ ਚੀਜ਼ਾਂ ਇਹ ਦਿੰਦੇ ਸੀ ਤਾਂ ਉੱਥੋਂ ਫਿਰ ਪੈਸੇ ਲੈਂਦੇ ਸੀ। ਪੈਸੇ ਕੀ ਸੀਗੇ? ਸਿੱਕੇ। ਸਿੱਕੇ ਕਾਹਦੇ ਬਣੇ ਹੋਏ ਸੀ? ਖਾਸ ਤੌਰ ਤੇ ਸੋਨੇ ਦੇ। ਤਾਂ ਰੋਮ ਦਾ ਕਾਫੀ ਸੋਨਾ ਹੁਣ ਭਾਰਤ ਵਿੱਚ ਆ ਗਿਆ। ਆਹ ਮਸਾਲੇ, ਰੇਸ਼ਮ, ਹੈ ਨਾ, ਆਹ ਸੈਂਟਾਂ, ਚੰਦਨ, ਸੂਤੀ ਕੱਪੜੇ, ਇਹ ਸਭ ਖਰੀਦ ਕੇ ਰੋਮ ਵਾਲੇ ਕੀ ਕਰਦੇ ਸੀ? ਸਿੱਕੇ ਦਿੰਦੇ ਸੀ ਸੋਨੇ ਦੇ। ਇਸ ਦੇ ਸਿੱਟੇ ਵਜੋਂ ਭਾਰਤ ਵਿੱਚ ਨਾ ਗੁਪਤ ਸਾਮਰਾਜ ਵਿੱਚ ਕਾਫੀ ਰੋਮ ਦੇ ਸਿੱਕੇ ਆ ਗਏ। ਤਾਂ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਉੱਥੋਂ ਦੇ ਫਿਰ ਜਿਹੜੇ ਸੀ ਰਾਜੇ, ਉਹ ਕਹਿੰਦੇ ਸੀਗੇ ਵੀ ਸਾਡੀਆਂ ਰਾਣੀਆਂ ਨੇ ਸਾਡਾ ਸਾਰਾ ਸੋਨਾ ਲੁਟਾਤਾ। ਭਾਵ ਰੇਸ਼ਮ ਦੇ ਕੱਪੜੇ, ਸੈਂਟ ਤੇ ਆਹ ਤੁਹਾਡੇ ਮਸਾਲੇ ਮਸੂਲੇ, ਇਹਨਾਂ ਕਰਕੇ ਕਾਫੀ ਉਹਨਾਂ ਨੂੰ ਸੋਨਾ ਭਾਰਤ ਵਿੱਚ ਦੇਣਾ ਪਿਆ। ਠੀਕ ਹੈ ਜੀ, ਫੀਸ ਦੇਣੀ ਪਈ। ਗੁਪਤਾ ਸਾਮਰਾਜ ਦੀ ਬੇਸ਼ੁਮਾਰ ਦੌਲਤ ਬਾਰੇ ਜਾਣਕਾਰੀ ਚੰਦਰਗੁਪਤ II ਦੁਆਰਾ ਜਾਰੀ ਕੀਤੇ ਗਏ ਸੋਨੇ ਦੇ ਸਿੱਕਿਆਂ ਤੋਂ ਪ੍ਰਗਟ ਹੁੰਦੀ ਹੈ। ਇੰਨੇ ਜ਼ਿਆਦਾ, ਇੰਨੇ ਵਧੀਆ, ਇੰਨੇ ਵਿਭਿੰਨਤਾ ਵਾਲੇ ਸੋਨੇ ਦੇ ਸਿੱਕੇ ਜਾਰੀ ਕੀਤੇ ਗਏ, ਉਹਨਾਂ ਉੱਤੇ ਫੋਟੋਆਂ ਵਗੈਰਾ ਸੀ ਬਤੀਆਂ, ਤੇ ਇਹ ਸਾਨੂੰ ਪਤਾ ਲੱਗਦਾ ਕਿ ਸਾਡੇ ਕੋਲ ਸੋਨਾ ਕਿੱਥੋਂ ਆਇਆ। ਇਹਦਾ ਮਤਲਬ ਰੋਮ ਤੋਂ ਆਇਆ। ਤੇ ਰੋਮ ਦੀਆਂ ਨਿਸ਼ਾਨੀਆਂ ਵੀ ਸੀ ਸਿੱਕਿਆਂ ਵਗੈਰਾ ਤੇ, ਹੈ ਨਾ। ਉੱਥੋਂ ਸਾਨੂੰ ਪਤਾ ਲੱਗ ਜਾਂਦਾ ਉੱਧਰ ਦੇ ਆਏ ਆ। ਬਾਅਦ ਵਿੱਚ ਹੋਰ ਵੈਸੇ ਵੀ ਸੋਨੇ ਦੇ ਸਿੱਕਿਆਂ ਨੂੰ ਢਾਲ ਕੇ ਅਸੀਂ ਆਪਣੇ ਸਿੱਕੇ ਬਣਾ ਲਏ ਹੋਊਗੇ। ਕਹਿਣ ਦਾ ਮਤਲਬ ਸਾਡੇ ਕੋਲ ਸੋਨਾ ਆ ਗਿਆ। ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਜੀ ਫਾਹੀਨ ਦੀ ਫੇਰੀ। ਫਾਹੀਨ ਇੱਕ ਚਾਈਨੀਜ਼ ਟਰੈਵਲਰ ਸੀ, ਯਾਤਰੀ ਸੀ। ਉਹ ਗੁਪਤ ਕਾਲ ਦੇ ਦੌਰਾਨ ਕਿੱਥੇ ਆਇਆ ਸੀ? ਭਾਰਤ ਆਇਆ ਸੀ। ਮਸ਼ਹੂਰ ਚੀਨੀ ਯਾਤਰੀ ਫਾਹੀਨ ਚੰਦਰਗੁਪਤ ਦੂਜੇ ਦੇ ਰਾਜ ਦੌਰਾਨ ਭਾਰਤ ਆਇਆ ਸੀ। ਕਦੋਂ? ਚੰਦਰਗੁਪਤ ਦੂਜੇ ਦੇ ਰਾਜ ਦੌਰਾਨ। ਭਾਰਤ ਵਿੱਚ ਆਪਣੇ 9 ਸਾਲਾਂ ਦੀ ਰਿਹਾਇਸ਼ ਵਿੱਚੋਂ ਉਸਨੇ ਗੁਪਤ ਸਾਮਰਾਜ ਵਿੱਚ 6 ਸਾਲ ਬਿਤਾਏ ਸਨ। ਠੀਕ। ਉਹ ਖੋਤਾਨ, ਕਸ਼ਕਰ, ਗੰਧਾਰ ਅਤੇ ਪੰਜਾਬ ਰਾਹੀਂ ਜ਼ਮੀਨੀ ਰਸਤੇ ਭਾਰਤ ਆਇਆ ਸੀ। ਇੱਥੋਂ ਨਾਰਥ ਵੈਸਟ ਤੋਂ, ਅਫਗਾਨਿਸਤਾਨ ਸਾਈਡ ਤੋਂ ਹੁੰਦਾ ਹੋਇਆ ਪੰਜਾਬ ਤੋਂ ਜ਼ਮੀਨੀ ਰਸਤੇ ਭਾਰਤ ਆਇਆ ਸੀ। ਇਸ ਤਰ੍ਹਾਂ ਪ੍ਰਸ਼ਨ ਵੀ ਪੁੱਛੇ ਜਾਂਦੇ ਆ ਇਸ ਤਰ੍ਹਾਂ ਦੇ, ਵੀ ਉਹ ਜ਼ਮੀਨੀ ਰਸਤੇ ਤੋਂ ਭਾਰਤ ਆਇਆ ਸੀ, ਫਿਰ ਸਮੁੰਦਰ ਰਾਹੀਂ ਵਾਪਸ ਗਿਆ, ਉਹ ਕਿਹੜਾ ਸੀ? ਉਹ ਸੀ ਫਾਹੀਨ। ਠੀਕ। ਉਸਨੇ ਪੇਸ਼ਾਵਰ, ਮਥੁਰਾ, ਕਨੌਜ, ਸਰਾਵਸਤੀ, ਕਪਿਲਵਸਤੂ, ਕੁਸ਼ੀਨਾਗਰਾ, ਪਾਟਲੀਪੁੱਤਰ, ਕਾਸ਼ੀ ਅਤੇ ਬੋਧ ਗਿਆ ਸਮੇਤ ਹੋਰ ਥਾਵਾਂ ਦਾ ਵੀ ਦੌਰਾ ਕੀਤਾ। ਠੀਕ, ਦੌਰਾ ਕੀਤਾ। ਉਹ ਸਿਲੋਨ ਮਤਲਬ ਸ਼੍ਰੀਲੰਕਾ ਅਤੇ ਜਾਵਾ ਦਾ ਦੌਰਾ ਕਰਕੇ ਸਮੁੰਦਰੀ ਰਸਤੇ ਰਾਹੀਂ ਵਾਪਸ ਪਰਤਿਆ। ਵਾਪਸ ਕਿਸ ਤਰ੍ਹਾਂ ਗਿਆ? ਸਮੁੰਦਰ ਦੇ ਰਸਤੇ ਰਾਹੀਂ। ਠੀਕ। ਉਹਨਾਂ ਦੀ ਯਾਤਰਾ ਦਾ ਮੁੱਖ ਉਦੇਸ਼ ਬੁੱਧ ਦੀ ਧਰਤੀ ਨੂੰ ਦੇਖਣਾ ਅਤੇ ਭਾਰਤ ਤੋਂ ਬੋਧੀ ਹੱਥ ਲਿਖਤਾਂ ਨੂੰ ਇਕੱਠਾ ਕਰਨਾ ਸੀ। ਬੇਸਿਕਲੀ ਉਹਦਾ ਇੰਟਰਸਟ ਕੀ ਸੀ? ਬੁੱਧ ਧਰਮ, ਬੁੱਧ ਦੀ ਧਰਤੀ ਨੂੰ ਦੇਖਣਾ, ਫਸਟ ਹੈਂਡ ਐਕਸਪੀਰੀਅੰਸ ਲੈਣਾ ਤੇ ਇੱਥੋਂ ਬੋਧੀ ਹੱਥ ਲਿਖਤਾਂ ਨੂੰ, ਬੁੱਧ ਦਾ ਲਿਟਰੇਚਰ, ਬੁੱਧ ਦੇ ਅਨੁਆਈਆਂ ਦੁਆਰਾ ਲਿਖਿਆ ਗਿਆ, ਹੱਥੀਂ ਲਿਖਿਆ ਗਿਆ ਲਿਟਰੇਚਰ, ਹੈ ਨਾ, ਉਹਦੇ ਜਿਹੜੇ ਭਿਕਸ਼ੂਆਂ ਦੁਆਰਾ ਲਿਖਿਆ ਗਿਆ ਲਿਟਰੇਚਰ, ਇਹ ਸਭ ਬੋਧੀਆਂ ਦੁਆਰਾ ਹੱਥ ਲਿਖਤਾਂ ਨੂੰ ਇਕੱਠਾ ਕਰਨਾ ਸੀ। ਠੀਕ। ਉਹ ਪਾਟਲੀਪੁੱਤਰ ਵਿੱਚ 3 ਸਾਲ ਤੱਕ ਸੰਸਕ੍ਰਿਤ ਦਾ ਅਧਿਐਨ ਕਰਨ ਅਤੇ ਬੋਧੀ ਗ੍ਰੰਥਾਂ ਦੀ ਨਕਲ ਕਰਨ ਲਈ ਵੀ ਰਿਹਾ। ਪਟਨਾ, ਅੱਜ ਦਾ ਪਟਨਾ, ਉਸ ਸਮੇਂ ਦਾ ਪਾਟਲੀਪੁੱਤਰ, ਉੱਥੇ ਹੋ ਰਿਹਾ, ਸੰਸਕ੍ਰਿਤ ਦੀ ਸਟੱਡੀ ਕੀਤੀ। ਦੇਖੋ, ਇਹ ਟਰੈਵਲਰ ਹੁੰਦੇ ਨਾ, ਇਹਨਾਂ ਨੇ ਜਦੋਂ ਗਿਆਨ ਲੈਣਾ ਆ ਤਾਂ ਇਹ ਕੀ ਕਰਦੇ ਆ ਕਿ ਟਰਾਂਸਲੇਸ਼ਨ ਨੂੰ ਪੜ੍ਹਨ ਦੀ ਬਜਾਏ ਉਸ ਭਾਸ਼ਾ ਨੂੰ ਸਿੱਖਣਾ ਪ੍ਰੈਫਰ ਕਰਦੇ ਆ। ਬਾਅਦ ਵਿੱਚ ਜਿਸ ਤਰ੍ਹਾਂ ਅੱਲੂ ਬਰੂਨੀ ਆਇਆ, ਹੈ ਨਾ, ਹੋਰ ਵੀ ਜਿਹੜੇ ਟਰੈਵਲਰ ਆਏ ਵੱਡੇ ਵੱਡੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਥੋਂ ਦੀ ਲੈਂਗੁਏਜ ਨੂੰ, ਇੱਥੋਂ ਦੀ ਭਾਸ਼ਾਵਾਂ ਨੂੰ ਜਾਣੀਏ, ਖਾਸ ਤੌਰ 'ਤੇ ਸੰਸਕ੍ਰਿਤ ਨੂੰ, ਕਿਉਂਕਿ ਸੰਸਕ੍ਰਿਤ ਵਿੱਚ ਜ਼ਿਆਦਾ ਲਿਟਰੇਚਰ ਲਿਖਿਆ ਗਿਆ ਸੀ। ਸੰਸਕ੍ਰਿਤ ਦਾ ਅਧਿਐਨ ਵੀ ਕੀਤਾ ਅਤੇ ਬੋਧੀ ਗ੍ਰੰਥਾਂ ਦੀ ਨਕਲ ਵੀ ਕੀਤੀ, ਉਹਨਾਂ ਦੀ ਟਰਾਂਸਲੇਸ਼ਨ ਵੀ ਕੀਤੀ। ਫਾਹੀਨ ਗੁਪਤਾ ਸਾਮਰਾਜ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕਰਦਾ ਹੈ। ਕੀ ਕਹਿੰਦਾ ਹੈ? ਉਸਦੇ ਅਨੁਸਾਰ ਉੱਤਰ ਪੱਛਮੀ ਭਾਰਤ ਵਿੱਚ ਬੁੱਧ ਧਰਮ ਵਧਣ ਫੁੱਲਣ ਦੀ ਸਥਿਤੀ ਵਿੱਚ ਸੀ। ਭਾਰਤ ਦੇ ਨਾਰਥ ਵੈਸਟ ਏਰੀਏ ਵਿੱਚ, ਉੱਤਰ ਪੱਛਮ, ਪੰਜਾਬ, ਪਾਕਿਸਤਾਨ, ਅਫਗਾਨਿਸਤਾਨ, ਇਹ ਸਾਰੇ ਏਰੀਏ ਵਿੱਚ ਬੁੱਧ ਧਰਮ ਕਾਫੀ ਵੱਧ ਫੁੱਲ ਰਿਹਾ ਸੀ। ਉੱਤਰ ਪੱਛਮ ਭਾਰਤ ਵਿੱਚ ਨਾ, ਉਸ ਅਨੁਸਾਰ ਬੁੱਧ ਧਰਮ ਕਾਫੀ ਵਿਕਾਸ ਕਰ ਰਿਹਾ ਸੀ, ਕਾਫੀ ਵੱਧ ਫੁੱਲ ਰਿਹਾ ਸੀ। ਪਰ ਜਿਹੜਾ ਗੰਗਾ ਵੈਲੀ ਹੈ ਨਾ, ਆਪਣਾ ਗੰਗਾ ਨਦੀ ਦੇ ਆਸ-ਪਾਸ ਵਾਲਾ ਏਰੀਆ, ਅੱਜ ਦਾ ਯੂਪੀ, ਇਸ ਏਰੀਏ ਵਿੱਚ ਉਸ ਅਨੁਸਾਰ ਬੁੱਧ ਧਰਮ ਨਿਮਾਣ ਵੱਲ ਸੀ ਤੇ ਇਹ
ਬ੍ਰਾਹਮਣਿਜ਼ਮ ਵਾਲੀ ਧਰਤੀ ਸੀ। ਪਰ ਗੰਗਾ ਘਾਟੀ ਵਿੱਚ ਇਹ ਅਣਗਹਿਲੀ ਦੀ ਸਥਿਤੀ ਵਿੱਚ ਸੀ, ਠੀਕ, ਨੈਗਲੈਕਟ ਦੀ ਸਥਿਤੀ ਵਿੱਚ ਸੀ। ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਕਿਹਦੇ ਵੱਲ? ਬੁੱਧ ਧਰਮ ਵੱਲ। ਇਹ ਪ੍ਰਸ਼ਨ ਆ ਜਾਣਾ ਕਿ ਉਸਨੇ ਬੁੱਧ ਧਰਮ ਬਾਰੇ ਕੀ ਵਿਚਾਰ ਪੇਸ਼ ਕੀਤੇ ਭਾਰਤ ਵਿੱਚ। ਉਹ ਗੰਗਾ ਘਾਟੀ ਨੂੰ ਬ੍ਰਾਹਮਣਵਾਦ ਦੀ ਧਰਤੀ ਵਜੋਂ ਦਰਸਾਉਂਦਾ ਹੈ। ਬ੍ਰਾਹਮਣਿਜ਼ਮ, ਇੱਥੇ ਬ੍ਰਾਹਮਣਿਜ਼ਮ ਵਾਲਾ ਧਰਮ ਡੋਮੀਨੈਂਟ ਹੈ। ਫਾਹੀਨ, ਕਪਿਲਵਸਤੂ ਅਤੇ ਕੁਸ਼ੀਨਗਰ ਵਰਗੇ ਕੁਝ ਬੋਧੀ ਪਵਿੱਤਰ ਸਥਾਨਾਂ ਦੀ ਅਸੰਤੁਸ਼ਟੀਜਨਕ ਸਥਿਤੀ ਦਾ ਜ਼ਿਕਰ ਵੀ ਕਰਦਾ ਹੈ, ਵੀ ਅਨਸੈਟੀਸਫੈਕਟਰੀ, ਅਸੰਤੁਸ਼ਟੀਜਨਕ, ਵੀ ਇਹਨਾਂ ਦੀ ਸਿਚੁਏਸ਼ਨ ਠੀਕ ਨਹੀਂ ਆ। ਉਸ ਦੇ ਅਨੁਸਾਰ ਸਾਮਰਾਜ ਦੀ ਆਰਥਿਕ ਸਥਿਤੀ ਬਹੁਤ ਖੁਸ਼ਹਾਲ ਸੀ। ਆਰਥਿਕ ਰੂਪ ਵਿੱਚ ਗੁਪਤ ਸਾਮਰਾਜ ਕਾਫੀ ਖੁਸ਼ਹਾਲ ਸੀ, ਪ੍ਰੋਸਪਰਸ ਸੀ, ਠੀਕ। ਇਹ ਗੱਲਾਂ ਤੁਸੀਂ ਦੇਖ ਲੈਣੀਆਂ। ਹਾਲਾਂਕਿ ਉਸ ਦਾ ਬਿਰਤਾਂਤ ਕਈ ਮਾਨਿਆਂ ਵਿੱਚ ਕੀਮਤੀ ਹੈ, ਵੈਲਿਊਏਬਲ ਹੈ, ਸਾਨੂੰ ਕਾਫੀ ਗੱਲਾਂ ਜਾਣਨ ਨੂੰ ਮਿਲਦੀਆਂ ਹਨ। ਉਸਨੇ ਚੰਦਰਗੁਪਤ ਦੂਜੇ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ, ਡਾਇਰੈਕਟ ਚੰਦਰਗੁਪਤ II ਦਾ ਨੇਮ ਨਹੀਂ ਯੂਜ਼ ਕੀਤਾ। ਸਿਆਸੀ ਮਾਮਲਿਆਂ ਵਿੱਚ ਉਸਦੀ ਕੋਈ ਦਿਲਚਸਪੀ ਨਹੀਂ ਸੀ। ਉਹ ਬੇਸਿਕਲੀ ਧਰਮ ਵਿੱਚ ਇੰਟਰਸਟਡ ਸੀ। ਸਿਆਸੀ ਮਾਮਲਿਆਂ ਵਿੱਚ ਇੰਨਾ ਜ਼ਿਆਦਾ ਉਹਦੇ ਇੰਟਰਸਟ ਨਹੀਂ ਸੀ, ਦਿਲਚਸਪੀ ਨਹੀਂ ਸੀ। ਉਸਦੀ ਦਿਲਚਸਪੀ ਮੁੱਖ ਤੌਰ ਤੇ ਕੀ ਸੀ? ਧਰਮ ਸੀ, ਮੁੱਖ ਤੌਰ ਤੇ ਧਰਮ ਸੀ। ਉਸਨੇ ਬੋਧੀ ਦ੍ਰਿਸ਼ਟੀ ਤੋਂ ਹਰ ਚੀਜ਼ ਦਾ ਮੁਲਾਂਕਣ ਕੀਤਾ। ਸਮਾਜਿਕ ਸਥਿਤੀਆਂ ਬਾਰੇ ਉਸਦੀ ਨਿਰੀਖਣ ਅਤਕਥਨੀ ਵਾਲੀ ਪਾਈ ਜਾਂਦੀ ਹੈ। ਅਤਕਥਨੀ ਮਤਲਬ ਕੋਈ ਕੁਝ ਜ਼ਿਆਦਾ ਹੀ ਕਹਿ ਦਿੱਤਾ, ਵੀ ਉਹਦੀ ਗੱਲਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਆ। ਸਮਾਜਿਕ ਐਂਗਲ ਤੋਂ ਜੋ ਗੱਲਾਂ ਕਹੀਆਂ ਉਹ ਕਾਫੀ ਅਤਕਥਨੀ ਵਾਲੀਆਂ ਆ, ਵਧਾ ਚੜਾ ਕੇ ਕਹਿਤੀਆਂ, ਤੇ ਉਸਦੇ ਉੱਤੇ ਵਿਸ਼ਵਾਸ ਕਰਨਾ ਕਹਿੰਦੇ ਆ ਥੋੜਾ ਮੁਸ਼ਕਿਲ ਆ। ਫਿਰ ਵੀ ਉਸਦਾ ਬਿਆਨ ਦੇਸ਼ ਦੀ ਆਮ ਸਥਿਤੀ ਨੂੰ ਜਾਣਨ ਲਈ ਬਹੁਤ ਲਾਭਦਾਇਕ ਹੈ। ਠੀਕ ਹੈ ਜੀ, ਐਂਡ ਵਾਲੀ ਲਾਈਨ ਇਹ ਲਿਖ ਦੇਣੀ। ਠੀਕ ਹੈ ਜੀ, ਇਸ ਤੋਂ ਅੱਗੇ ਅਸੀਂ ਨੈਕਸਟ ਕਲਾਸ 'ਚ ਪੜ੍ਹਦੇ ਹਾਂ। ਅੱਜ ਲਈ ਇੰਨਾ ਹੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।